ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਨਾਵਾਂ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਭੂਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤਿਹ ਤਿਹ ਆਪ ਬੰਧਾਇਓ। ਭੂਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤਿਹ ਤਿਹ ਆਪ ਬੰਧਾਇਓ। ਰਹਾਉ ਸਮਝ ਨ ਪਰੀ ਬਿਖੈ ਰਸ ਰਚਿਓ, ਜਸ ਹਰਿ ਕੋ ਬਿਸਰਾਇਓ। ਸੰਗ ਸੁਆਮੀ ਸੋ ਜਾਣਿਓ ਨਾਹਿਨ, ਬਨ ਖੋਜਨ ਕਉ ਧਾਇਓ। ਰਤਨ ਰਾਮ ਘਟ ਹੀ ਕੇ ਭੀਤਰ, ਤਾਕੋ ਗਿਆਨ ਨ ਪਾਇਓ। ਜਨ ਨਾਨਕ ਭਗਵੰਤ ਭਜਨ ਬਿਨ, ਬਿਰਥਾ ਜਨਮ ਗਵਾਇਓ। ਰਤਨ ਰਾਮ ਘਟ ਹੀ ਕੇ ਭੀਤਰ, ਤਾਕੋ ਗਿਆਨ ਨ ਪਾਇਓ। ਜਨ ਨਾਨਕ ਭਗਵੰਤ ਭਜਨ ਬਿਨ, ਬਿਰਥਾ ਜਨਮ ਗਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਵਡਭਾਗੇ ਹਾਂ। ਨਿਤਾ ਪ੍ਰਤੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਹੋਇਆਂ, ਉਹਨਾਂ ਦੀ ਪਾਵਨ ਬਾਣੀ ਦੇ ਅੰਦਰੋਂ ਪਾਵਨ ਸ਼ਬਦਾਂ ਦੀ ਵਿਚਾਰ ਸਰਵਣ ਕਰ ਰਹੇ ਹਾਂ। ਵੱਡੇ ਭਾਗ ਹਨ। ਨਿਤਾ ਪ੍ਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਉਹ ਅਸੀਂ ਆਪਣੇ ਕੰਨਾਂ ਦੇ ਨਾਲ ਸੁਣਦੇ ਹਾਂ, ਆਪਣੀ ਰਸਨਾ ਤੋਂ ਉਚਾਰਨ ਕਰਦੇ ਹਾਂ। ਗੁਰੂ ਸਾਹਿਬ ਬਖਸ਼ਿਸ਼ ਕਰਨ, ਰਹਿਮਤ ਕਰਨ, ਆਪਣੀਆਂ ਇਹ ਵਿਚਾਰਾਂ ਆਪ ਕਰਵਾਉਣ, ਕਿਉਂਕਿ ਅਸੀਂ ਸਾਰੇ ਜੀਵ ਅਲਪ ਬੁੱਧੀ ਜੀਵ ਹਾਂ। ਸਾਡੀ ਮਤ ਥੋੜ੍ਹੀ ਹੈ। ਗੁਰੂ ਕੀ ਬਾਣੀ ਅਗਾਧ ਬੁੱਧ ਹੈ। ਇਸ ਕਰਕੇ ਗੁਰੂ ਅੱਗੇ ਅਰਜ਼ੋਈ ਕਰੀਏ, ਪਾਤਸ਼ਾਹ ਰਹਿਮਤ ਕਰਨੀ। ਅੱਜ ਦਾ ਪਾਵਨ ਸ਼ਬਦ ਜੋ ਬਖਸ਼ਿਸ਼ ਕੀਤਾ ਹੈ, ਇਹਦੀ ਵਿਚਾਰ ਆਪ ਕਰਵਾ ਲੈਣੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਹੀ ਅਦਬ ਤੇ ਸਤਿਕਾਰ ਨਾਲ ਆਪਣੀ ਰਸਨਾ ਤੋਂ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਨਾਵਾਂ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਇਹ ਪਾਵਨ ਸ਼ਬਦ ਜੈਤ ਸ੍ਰੀ ਰਾਗ ਦੇ ਅੰਦਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ। ਜਿਸ ਤਰ੍ਹਾਂ ਅਸੀਂ ਪਿਛਲੇ ਰਾਗਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਵਿਚਾਰ ਕੀਤੀ ਹੈ,
ਇਸੇ ਤਰ੍ਹਾਂ ਹੀ ਇਸ ਰਾਗ ਦਾ ਇਹ ਪਹਿਲਾ ਸ਼ਬਦ ਹੈ। ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਲੜੀਵਾਰ ਉਚਾਰਨ ਕੀਤੀ ਹੈ ਅਤੇ ਉਹ ਇਸ ਵਿੱਚ ਦਰਜ ਹੈ। ਅਤੇ ਇਸ ਰਾਗ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਸ਼ਬਦ ਜਿਹੜੇ ਨੇ ਉਹ ਦਰਜ ਨੇ, ਜਿਨ੍ਹਾਂ ਦੀ ਗਿਣਤੀ 3 ਹੈ। ਅਤੇ ਇਹਨਾਂ ਤਿੰਨਾਂ ਵਿੱਚੋਂ ਇਹ ਪਹਿਲਾ ਸ਼ਬਦ ਹੈ ਜਿਸ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਨੁੱਖਾ ਜਨਮ ਦੀ ਮਹਾਨਤਾ ਬਾਰੇ ਦਰਸਾਉਂਦੇ ਨੇ। ਅਤੇ ਸ਼ਬਦ ਆਰੰਭ ਕਰਨ ਤੋਂ ਪਹਿਲਾਂ ਉਸ ਅਕਾਲ ਪੁਰਖ ਦੀ ਹੋਂਦ ਨੂੰ ਸੰਖੇਪ ਰੂਪ ਦੇ ਵਿੱਚ ਜਿਹੜਾ ਵਾ ਉਹ ਮੂਲ ਮੰਤਰ ਦੇ ਰੂਪ ਵਿੱਚ ਬਿਆਨ ਕੀਤਾ ਹੈ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਸਰਬ ਵਿਆਪਕ ਪਰਮਾਤਮਾ ਜਿਹੜਾ ਇੱਕ ਹੈ, ਉਹ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਪ੍ਰਾਪਤ ਹੁੰਦਾ। ਇਹ ਗੁਰੂ ਸਾਹਿਬ ਨੇ ਥਾਂ ਥਾਂ ਦੇ ਉੱਤੇ ਜ਼ਿਕਰ ਕੀਤਾ ਹੈ। ਵੱਖ-ਵੱਖ ਸਰੂਪ ਆਏ ਨੇ ਮੂਲ ਮੰਤਰ ਦੇ, ਅਤੇ ਗੁਰੂ ਸਾਹਿਬ ਨੇ ਇਹ ਵੱਖ-ਵੱਖ ਥਾਂ ਦਰਸਾਇਆ ਅਤੇ ਅਖੀਰ ਉੱਤੇ ਇਹੀ ਗੱਲ ਕੀਤੀ ਹੈ ਕਿ ਜਿਹੜਾ ਪਰਮਾਤਮਾ ਹੈ ਨਾ, ਇਹ ਗੁਰੂ ਤੋਂ ਬਗੈਰ ਨਹੀਂ ਮਿਲਦਾ। ਜਦੋਂ ਤੱਕ ਗੁਰੂ ਪ੍ਰਾਪਤ ਨਹੀਂ ਨਾ ਹੁੰਦਾ, ਉਦੋਂ ਤੱਕ ਉਹ ਪਰਮਾਤਮਾ ਜਿਹੜਾ ਵਾ ਉਹ ਪ੍ਰਾਪਤ ਨਹੀਂ ਹੁੰਦਾ। ਅਤੇ ਗੁਰੂ ਮਿਲ ਵੀ ਪਵੇ, ਜਦੋਂ ਤੱਕ ਗੁਰੂ ਪ੍ਰਸੰਨ ਨਹੀਂ ਹੁੰਦਾ, ਜਦੋਂ ਗੁਰੂ ਦੀ ਕਿਰਪਾ ਨਹੀਂ ਹੁੰਦੀ। ਕਿਰਪਾ ਵਾਲੇ ਤਾਂ ਬੜੇ ਨੇ, ਅੱਜ ਕਈ ਪ੍ਰਕਾਰ ਦੀਆਂ ਜਿਹੜੀਆਂ ਨੇ ਉਹ ਕਿਰਪਾ ਮਿਲਦੀਆਂ ਨੇ। ਤੁਸੀਂ ਸੰਸਾਰ ਉੱਤੇ ਵੇਖਦੇ ਜੇ, ਕੋਈ ਕਹਿ ਦਿੰਦਾ ਫਲਾਣੇ ਰੰਗ ਦਾ ਕੱਪੜਾ ਨਾ ਪਾਇਓ ਕਿਰਪਾ ਆ ਜਾਵੇਗੀ। ਗੁਰੂ ਸਾਹਿਬ ਕਹਿੰਦੇ ਨਹੀਂ। ਕੋਈ ਕਹਿੰਦਾ ਫਲਾਣੀ ਵਸਤ ਨਾ ਖਾਇਓ, ਆਹ ਫਲਾਣੀ ਖਾ ਲਿਓ, ਆਹ ਰੰਗ ਦੀ ਖਾ ਲਿਓ ਅਤੇ ਕਿਰਪਾ ਆ ਜਾਵੇਗੀ। ਗੁਰੂ ਸਾਹਿਬ ਕਹਿੰਦੇ ਨਹੀਂ, ਇਸ ਤਰ੍ਹਾਂ ਕਿਰਪਾ ਨਹੀਂ ਆਉਂਦੀ। ਕਿਰਪਾ ਤਾਂ ਸਤਿਗੁਰੂ ਕਰਦਾ, ਅਤੇ ਜਿਹਦੇ ਉੱਤੇ ਕਿਰਪਾ ਕਰ ਦਿੰਦਾ ਫਿਰ ਉਹਨੂੰ ਪਰਮਾਤਮਾ ਦੇ ਨਾਲ ਉਹ ਮਿਲਾ ਦਿੰਦਾ। ਸੋ ਸਤਿਗੁਰੂ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਆਰੰਭ ਹੋਇਆ ਅਤੇ ਪਹਿਲਾਂ ਸੰਖੇਪ ਰੂਪ ਵਿੱਚ ਇਹ ਮੂਲ ਮੰਤਰ ਵਿੱਚ ਦਰਸਾਇਆ ਕਿ ਸੱਜਣਾ ਪਰਮਾਤਮਾ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤੇ ਤੇ ਆਪ ਬੰਧਾਇਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਅਤੇ ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਵਾ ਉਹ ਰਹਾਉ ਵਾਲਾ ਪਦਾ ਹੈ। ਜਿਹੜਾ ਸ਼ਬਦ ਦਾ ਕੇਂਦਰੀ ਭਾਵ ਹੈ, ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਸੰਸਾਰ ਦੇ ਉੱਤੇ ਜਿਹੜਾ ਮਨ ਹੈ ਇਹ ਮਾਇਆ ਦੇ ਵਿੱਚ ਉਲਝ ਗਿਆ। ਭੁੱਲਿਓ ਮਨ, ਮਨ ਕਿਸ ਤਰ੍ਹਾਂ ਭੁੱਲ ਗਿਆ? ਮਾਇਆ ਉਰਝਾਇਓ, ਧਰਤੀ ਦੇ ਉੱਤੇ ਪੈਦਾ ਕੀਤੀ ਹੋਈ ਪਰਮਾਤਮਾ ਦੀ ਜਿਹੜੀ ਮਾਇਆ ਹੈ ਨਾ, ਉਹਦੇ ਵਿੱਚ ਉਲਝ ਗਿਆ, ਉਹਦੇ ਵਿੱਚ ਰੀਝ ਗਿਆ। ਹੁਣ ਇਹਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ। ਹੁਣ ਇਹਨੇ ਦਾਤਾ ਵਿਸਾਰ ਦਿੱਤਾ ਅਤੇ ਉਹਦੀ ਪੈਦਾ ਕੀਤੀ ਹੋਈ ਦਾਸੀ ਭਾਵ ਮਾਇਆ ਜਿਹੜੀ ਹੈ ਉਹਦੇ ਨਾਲ ਆਪਣਾ ਮਨ ਜੋੜ ਲਿਆ। ਅਤੇ ਜਦੋਂ ਮਨ ਜੋੜ ਲਿਆ ਫਿਰ ਇਸ ਸੰਸਾਰ ਦੇ ਉੱਤੇ ਜੋ ਜੋ ਕਰਮ ਕੀਓ ਲਾਲਚ ਲਗ, ਤਿਹ ਤਿਹ ਆਪ ਬੰਧਾਇਓ। ਫਿਰ ਜਿਹੜਾ ਵੀ ਇਹ ਕਰਮ ਕਰਦਾ ਲਾਲਚ ਵਿੱਚ ਆ ਕੇ ਕਰਦਾ, ਲਾਲਚ ਵਸ ਹੋ ਕੇ। ਜਦੋਂ ਵੀ ਇਹ ਕਰਮ ਆਰੰਭ ਕਰਦਾ ਨਾ, ਹੁਣ ਅਸੀਂ ਸਾਰੇ ਕੋਈ ਨਾ ਕੋਈ ਤਾਂ ਕਰਮ ਕਰਦੇ ਹੀ ਹਾਂ ਨਾ। ਕੋਈ ਹੱਟੀ ਕਰਦਾ, ਕੋਈ ਦੁਕਾਨ ਕਰਦਾ, ਕੋਈ ਕਿਰਸਾਨੀ ਕਰਦਾ, ਕੋਈ ਵਪਾਰ ਕਰਨ ਵਾਸਤੇ, ਵਣਜ ਵਿਹਾਰ ਕਰਨ ਵਾਸਤੇ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦਾ, ਅਤੇ ਕਈ ਇਸ ਧਰਤੀ ਦੇ ਉੱਤੇ ਨੌਕਰੀ ਵੀ ਕਰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਪਾਵਨ ਸ਼ਬਦ ਹੈ, ਮੈਨੂੰ ਯਾਦ ਆ ਗਿਆ, ਸੋਰਠ ਰਾਗ ਦੇ ਵਿੱਚ ਬੜੀ ਵਾਰ ਅਸੀਂ ਸਰਵਣ ਕੀਤਾ ਹੋਵੇਗਾ। ਮਨੁੱਖ ਸਾਰੀ ਜ਼ਿੰਦਗੀ ਜਿਹੜਾ ਵਾ ਉਹ ਧਨ ਕਮਾਉਂਦਾ। ਕਿਸਾਨ ਜਿਹੜਾ ਵਾ ਉਹ ਵਾਹੀ ਕਰਦਾ ਕਰਦਾ, ਹਲ ਵਾਹੁੰਦਾ ਵਾਹੁੰਦਾ ਉਹ ਥੱਕਦਾ ਨਹੀਂ। ਕਦੇ ਪੰਜਾਬ ਦੀ ਧਰਤੀ 'ਤੇ ਜਾ ਕੇ ਵੇਖਿਓ, ਜਾਂ ਇੱਥੇ ਵੀ ਕਿਸਾਨਾਂ ਵੱਲ, ਜਾਂ ਪੁਰਾਣੇ ਸਮੇਂ 'ਚ ਬਜ਼ੁਰਗੋ ਤੁਸੀਂ ਬੈਠੇ ਜੇ,
ਜਦੋਂ ਹਲ ਵਾਹੁੰਦੇ ਸਨ ਕਿਸਾਨ, ਸਵੇਰੇ ਕੁੱਕੜ ਨੇ ਬਾਂਗ ਦੇਣੀ, ਟਾਈਮ ਪੀਸ ਥੋੜ੍ਹਾ ਹੁੰਦਾ ਸੀ ਕੋਈ, ਅਤੇ ਕੁੱਕੜ ਨੇ ਬਾਂਗ ਦੇਣੀ ਅਤੇ ਕਿਸਾਨ ਨੇ ਉੱਠ ਕੇ ਪੈਲੀ ਵਿੱਚ ਚਲੇ ਜਾਣਾ, ਬੜੇ ਉਦਮ ਦੇ ਨਾਲ ਉੱਠਣਾ। ਉੱਠ ਕੇ ਜਾ ਕੇ ਖੇਤੀ ਵਿੱਚ ਹਲ ਵਾਹੁਣਾ, ਵੱਤਰ ਨੂੰ ਸਾਂਭਣਾ, ਸੁਹਾਗਾ ਫੇਰਨਾ, ਬੀਜ ਦੇਣਾ, ਅਤੇ ਬੀਜ ਦੇਣ ਤੋਂ ਬਾਅਦ ਫਿਰ ਉਹਦੀ ਰਾਖੀ ਕਰਨੀ। ਅਤੇ ਗੁਰੂ ਸਾਹਿਬ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸ਼ਬਦ ਹੈ ਨਾ, ਇੱਥੇ ਗੁਰੂ ਸਾਹਿਬ ਕਹਿੰਦੇ ਜਿਹੜਾ ਇਹਦਾ ਕਰਮ ਸੀ ਉਸ ਕਰਮ ਦੇ ਵਿੱਚ ਉਲਝ ਗਿਆ ਅਤੇ ਲਾਲਚ ਵਸ ਹੋ ਗਿਆ। ਸਾਡੀ ਜ਼ਿੰਦਗੀ ਵੀ ਇਸ ਤਰ੍ਹਾਂ ਦੀ ਬਣ ਗਈ ਹੈ ਨਾ, ਨਾਮ ਭੁੱਲ ਗਏ ਹਾਂ ਪਰਮਾਤਮਾ ਦਾ, ਬਾਣੀ ਵਿਸਾਰ ਦਿੱਤੀ ਹੈ, ਸਿਮਰਨ ਵਿਸਾਰ ਦਿੱਤਾ। ਕੇਵਲ ਸਾਡਾ ਜਿਹੜਾ ਫੋਕਸ ਹੈ ਉਹ ਧਨ ਦੇ ਉੱਤੇ ਹੈ, ਆਪਣੇ ਪੁੱਤਰਾਂ ਦੇ ਉੱਤੇ ਹੈ ਕਿ ਧੀਆਂ ਪੁੱਤਰਾਂ ਨੂੰ ਪਾਲਣਾ ਹੈ। ਮੈਂ ਤੁਹਾਡੀ ਗੱਲ ਨਹੀਂ, ਅਸੀਂ ਸਾਰੇ ਇਸ ਵਿੱਚ ਫਸ ਗਏ ਹਾਂ। ਕੋਈ ਵੀ ਕਰਮ ਹੋਵੇ ਉਹਦੇ ਵਿੱਚ ਅਸੀਂ ਫਸ ਗਏ ਹਾਂ, ਅਤੇ ਜਦੋਂ ਮਨੁੱਖ ਉਸ ਕਰਮ ਦੇ ਵਿੱਚ ਫਸ ਜਾਂਦਾ ਫਿਰ ਉਹ ਲਾਲਚ ਵਸ ਹੁੰਦਾ। ਉਹ ਫਿਰ ਦਇਆਵਾਨ ਬਹੁਤ ਘੱਟ ਐਸੇ ਪੁਰਸ਼ ਮਿਲਦੇ ਨੇ ਜਿਹੜੇ ਕਰਮ ਕਰਦੇ ਨੇ, ਨਾਮ ਬਾਣੀ ਦਾ ਅਭਿਆਸ ਕਰਦੇ ਨੇ। ਉਹ ਆਪ ਜਦੋਂ ਕਮਾਈ ਕਰਦੇ ਨੇ ਤਾਂ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ, ਅਤੇ ਫਿਰ ਸ਼ੁਕਰਾਨਾ ਕਰਦਿਆਂ ਕਰਦਿਆਂ ਧਰਮ ਦੇ ਕਾਰਜਾਂ ਦੇ ਲਈ ਬੜਾ ਉਤਸ਼ਾਹ ਵਿਖਾਉਂਦੇ ਨੇ, ਬੜਾ ਵੱਡੇ ਵੱਡੇ ਪੱਧਰ ਦੇ ਉੱਤੇ ਗੁਰਮਤਿ ਸਮਾਗਮਾਂ ਵਿੱਚ ਹਿੱਸਾ ਵੀ ਲੈਂਦੇ ਨੇ। ਧਰਮ ਕਰਮ ਲਈ ਜੇ ਕਿਤੇ ਕਿਸੇ ਨੂੰ ਜ਼ਰੂਰਤ ਪੈ ਗਈ, ਲੋੜਵੰਦ ਦੀ ਸੇਵਾ ਵੀ ਕਰਦੇ ਨੇ। ਅਤੇ ਕਈ ਐਸੇ ਵੀ ਹੁੰਦੇ ਨੇ, ਗੁਰੂ ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਪਹਿਰਾਵਾ ਬਣਾ ਲਿਆ, ਕਰਮ ਕੀਤਾ। ਜੇ ਗੁਰੂ ਘਰ ਨੂੰ ਲੱਖ ਦਿੱਤਾ ਤਾਂ ਨਾਮ ਹੋਵੇ, 2 ਦਿੱਤਾ ਤਾਂ ਨਾਮ ਹੋਵੇ। ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਲਾਲਚ ਹੋ ਗਿਆ। ਇੱਕ ਲਾਲਚ ਹੋ ਗਿਆ ਕਿ ਜ਼ਿਆਦਾ ਧਨ ਕਮਾਵਾਂਗਾ, ਲੋਕ ਮੇਰੀ ਜਿਹੜੀ ਹੈ, ਮੇਰੇ ਪਰਿਵਾਰ ਦੀ ਜਿਹੜੀ ਆ ਉਹ ਚੰਗੀ ਪਰਵਰਿਸ਼ ਹੋਏਗੀ। ਦੂਜੇ ਪਾਸੇ ਮੈਂ ਕੋਈ ਸੇਵਾ ਕਰਾਂਗਾ, ਲੋਕ ਮੇਰੀ ਜਿਹੜੀ ਉਹ ਪ੍ਰਤਿਸ਼ਠਾ ਕਰਨਗੇ, ਲੋਕ ਆਖਣਗੇ ਵਾਹ ਵਾਹ ਭਈ ਫਲਾਣੇ ਨੇ ਬੜੀ ਸੇਵਾ ਕੀਤੀ। ਪਰ ਕਈ ਐਸੇ ਵੀ ਮਿਲ ਜਾਂਦੇ ਨੇ ਜਿਹੜੇ ਸੇਵਾ ਕਰਦੇ ਨੇ ਅਤੇ ਆਪ ਭਾਵ ਜਿਹੜਾ ਉਹ ਨਹੀਂ ਜਣਾਉਂਦੇ, ਕਹਿੰਦੇ ਨਾ ਭਈ ਮੇਰਾ ਨਾਮ ਨਾ ਆਵੇ, ਇਹਨੂੰ ਗੁਪਤ ਦਾਨ ਲਿਖ ਦੇ। ਗੁਰੂ ਸਾਹਿਬ ਇੱਥੇ ਸਮਝਾ ਰਹੇ ਨੇ ਅੱਜ ਦੇ ਸ਼ਬਦ ਵਿੱਚ, ਬੜੇ ਕਮਾਲ ਦੀ ਗੱਲ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਕਹਿੰਦੇ ਮਨ ਜਿਹੜਾ ਵਾ ਉਹ ਮਾਇਆ ਦੇ ਵਿੱਚ ਉਲਝ ਗਿਆ। ਕਿਉਂ? ਇਹਨੇ ਆਪਣਾ ਅੰਦਰ ਜਿਹੜਾ ਸੀ ਉਹਦੇ ਵਿੱਚ ਨਾਮ ਦੀ ਜਗ੍ਹਾ 'ਤੇ ਅਹੰਕਾਰ ਪਾ ਲਿਆ, ਅਤੇ ਹੁਣ ਇਹਨੂੰ ਲਾਲਚ ਹੋ ਗਿਆ। ਸੱਚੇ ਪਾਤਸ਼ਾਹ ਲਾਲਚ ਹੋ ਗਿਆ ਇਹਦੇ ਵਿੱਚ ਅਸੀਂ ਵੱਜ ਗਏ, ਛੁੱਟਾਂਗੇ ਕਿੱਦਾਂ? ਅਤੇ ਫਿਰ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੈਂ ਜ਼ਿਕਰ ਕੀਤਾ ਨਾ, ਸੋਰਠ ਰਾਗ ਦੇ ਵਿੱਚ ਸ਼ਬਦ ਹੈ, ਕਹਿੰਦੇ ਹੁਣ ਕਿਰਸਾਨ ਬੜਾ ਉਦਮੀ ਹੈ। ਕੀ ਕਰਦਾ ਏ? ਉਹ ਸਵੇਰੇ ਉੱਠਦਾ, ਹਲ ਜੋਂਦਾ, ਬੀਜ ਬੋਂਦਾ। ਕਹਿੰਦੇ ਉਸ ਤਰ੍ਹਾਂ ਉਦਮ ਕਰ। ਕੀ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ? ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ। ਮਨ ਨੂੰ ਹਲ ਬਣਾ, ਹਾਲੀ। ਇੱਕ ਹੁੰਦਾ ਹਲ ਅਤੇ ਉਹਨੂੰ ਵਾਹੁਣ ਵਾਲਾ, ਉਹਨੂੰ ਕਹਿੰਦੇ ਨੇ ਹਾਲੀ। ਤੁਸੀਂ ਬਜ਼ੁਰਗ ਲੋਕ ਬੈਠੇ ਜੇ, ਜਿਹੜਾ ਹਲ ਵਾਹੁੰਦਾ ਉਹਨੂੰ ਕੀ ਕਹਿੰਦੇ ਨੇ? ਹਾਲੀ। ਸਾਡੇ ਨਗਰ ਵੀ ਹੁੰਦੇ ਸੀ, ਉਹਨਾਂ ਦੇ ਕਈਆਂ ਦੇ ਨਾਂ ਹੀ ਹਾਲੀ ਪਾ ਦਿੰਦੇ ਸੀ ਵੀ ਇਹ ਹਲ ਬੜਾ ਹੁੰਦਾ, ਇਹ ਹਾਲੀ ਆ ਵੀ। ਕਹਿੰਦੇ ਮਨ ਨੂੰ ਹਾਲੀ ਬਣਾ ਲੈ। ਹਾਲੀ ਦਾ ਕਰਮ ਕੀ ਆ? ਸਵੇਰੇ ਅੰਮ੍ਰਿਤ ਵੇਲੇ ਕੁੱਕੜ ਦੀ ਬਾਂਗ 'ਤੇ ਉੱਠ ਪੈਂਦਾ, ਅਤੇ ਉੱਠ ਕੇ ਫਿਰ ਜਾਂਦਾ ਅਤੇ ਜਾ ਕੇ ਹਲ ਜੋ ਲੈਂਦਾ। ਆਪਣੇ ਮਨ ਨੂੰ ਹਲ ਬਣਾ। ਮਨ ਵਿਕਾਰਾਂ ਵੱਲ ਭੱਜਦਾ। ਹੁਣ ਪਿਆ ਹੋਇਆ ਲੋਹਾ ਜੰਗਾਲ ਖਾ ਜਾਂਦਾ ਉਹਨੂੰ। ਖੜ੍ਹੇ ਹੋਏ ਪਸ਼ੂ, ਉਹਨਾਂ ਦੇ ਜਿਹੜੇ ਖੁਰ ਨੇ ਉਹ ਵੱਧ ਜਾਂਦੇ ਨੇ। ਅਤੇ ਕਿਸਾਨ ਕੀ ਕਰਦਾ? ਉਹਨਾਂ ਨੂੰ ਫੜ ਲੈਂਦਾ, ਉਹਨਾਂ ਨੂੰ ਬੰਨ੍ਹ ਲੈਂਦਾ, ਰੱਸਾ ਪਾ ਲੈਂਦਾ, ਅਤੇ ਜੋਤ ਕੇ ਉਹਨਾਂ ਨੂੰ ਫਿਰ ਵਾਹੁੰਦਾ। ਨਾ ਅਤੇ ਪਸ਼ੂਆਂ ਦੇ ਖੁਰ ਵੱਧਦੇ ਨੇ, ਨਾ ਹੀ ਹਲ ਨੂੰ ਜੰਗਾਲ ਖਾਂਦਾ। ਫਿਰ ਉਹ ਕਰਮ ਕਰਦੇ ਨੇ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਮਨ ਨੂੰ ਹਲ ਬਣਾ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮਸੀ, ਸੇ ਘਰ ਭਾਖੜ ਦੇਖ। ਕਹਿੰਦੇ ਫਿਰ ਇਹ ਜਦੋਂ ਮਨ ਨੂੰ ਹਾਲੀ ਬਣਾਏਗਾ, ਉਦਮ ਕਰੇਗਾ, ਉੱਠ ਕੇ ਜਿਸ ਤਰ੍ਹਾਂ ਖੇਤ ਵਿੱਚ ਕਿਸਾਨ ਨੇ ਬੀਜ ਸੁੱਟਿਆ ਨਾ, ਤੂੰ ਨਾਮ ਦਾ ਬੀਜ ਸੁੱਟੇਗਾ ਅਤੇ ਫਿਰ ਤੇਰੇ ਹਿਰਦੇ ਘਰ ਵਿੱਚ ਖੇਤੀ ਉੱਗੇਗੀ ਉਹ ਨਾਮ ਦੀ। ਉਹ ਹਿਰਦਾ ਫਿਰ ਭਰਪੂਰ ਹੋ ਜਾਵੇਗਾ। ਜਿਸ ਤਰ੍ਹਾਂ ਕਿਸਾਨ ਜਿਹੜਾ ਨਾ, ਜਦੋਂ
ਬੀਜ ਸੁੱਟਦਾ, ਉੱਗਦਾ ਅਤੇ ਫਿਰ ਉਹ ਮੰਡੀ ਵਿੱਚ ਜਾ ਕੇ ਵੇਚਦਾ, ਅਤੇ ਉਹ ਜਦੋਂ ਦਾਣਿਆਂ ਨੂੰ ਵੇਚਦਾ ਨਾ ਫਿਰ ਉਹਦੇ ਬਦਲੇ ਮਾਇਆ ਮਿਲਦੀ ਹੈ, ਉਹ ਖੁਸ਼ਹਾਲ ਹੋ ਜਾਂਦਾ, ਉਹਦੀ ਜੇਬ ਭਰ ਜਾਂਦੀ ਹੈ। ਸੱਜਣਾ, ਇਸੇ ਤਰ੍ਹਾਂ ਤੇਰਾ ਹਿਰਦਾ ਘਰ ਜਿਹੜਾ ਵਾ ਇਹਦੀ ਜੇਬ ਵੀ ਪ੍ਰਮਾਤਮਾ ਦੇ ਨਾਮ ਦੇ ਨਾਲ ਭਰ ਜਾਏਗੀ ਜੇ ਤੂੰ ਉੱਦਮ ਕਰੇਂਗਾ। ਤੁਸੀਂ ਉੱਦਮ ਕਰਕੇ ਆਏ ਜੇ ਨਾ ਕਥਾ ਸੁਣਨ, ਅਤੇ ਕਈ ਅਵੇਸਲੇ ਫਿਰ ਮਨ ਵਿੱਚ ਇਹੀ ਸੋਚਾਂ ਸੋਚਦੇ ਚਲੇ ਜਾਂਦੇ ਨੇ ਕਿ ਮੈਂ ਜਾਵਾਂ ਕਿ ਨਾ ਜਾਵਾਂ, ਜੇ ਮੈਂ ਚਲਾ ਗਿਆ ਮੇਰਾ ਕਾਰੋਬਾਰ ਠੱਪ ਹੋ ਜਾਣਾ। ਅਤੇ ਇੱਕ ਵਾਰ ਐਸਾ ਹੀ ਮਨੁੱਖ ਦਸ਼ਮੇਸ਼ ਜੀ ਦੇ ਦਰਬਾਰ ਵਿੱਚ ਗਿਆ, ਮੈਨੂੰ ਯਾਦ ਆ ਗਿਆ। ਗੁਰੂ ਸਾਹਿਬ ਕਹਿੰਦੇ ਨੇ ਕਿ ਐਸਾ ਮਨੁੱਖ ਇੱਕ ਗੁਰੂ ਦੇ ਦਰਬਾਰ ਵਿੱਚ ਆਇਆ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਦੀ ਧਰਤੀ 'ਤੇ। ਜਦੋਂ ਆਇਆ ਅਤੇ ਆਣ ਕੇ ਗੁਰੂ ਦਰਬਾਰ ਵਿੱਚ ਨਤਮਸਤਕ ਹੋਇਆ, ਮੱਥਾ ਟੇਕਿਆ, ਉੱਥੋਂ ਦਾ ਮਾਹੌਲ ਚਾਲ ਵੇਖ ਕੇ, ਜਿੱਦਾਂ ਹੁਣ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਅਤੇ ਜਦੋਂ ਉੱਥੋਂ ਦਾ ਆਨੰਦ ਵੇਖ ਲਈਏ ਨਾ, ਜਦੋਂ ਉੱਥੋਂ ਦਾ ਆਨੰਦ ਆ ਜਾਵੇ ਫਿਰ ਆਖਦੇ ਹਾਂ ਯਾਰ 4 ਕੁ ਦਿਨ ਹੋਰ ਕਿਤੇ ਮਿਲ ਜਾਣ, ਰਹਿ ਜਾਈਏ। ਪਰ ਜੇ ਕਿਤੇ ਫਿਰ ਜੋ ਕਰਮ ਕੀਓ ਲਾਲਚ ਲੱਗ, ਜੇ ਉਹ ਕਰਮ ਲਾਲਚ ਬਣ ਜਾਵੇ ਤਾਂ ਫਿਰ ਅਸੀਂ ਉੱਥੋਂ ਛੱਡ ਕੇ ਦੌੜ ਆਉਂਦੇ ਹਾਂ ਵੀ ਚੱਲ ਮਨਾ ਅਗਲੇ ਸਾਲ ਆ ਜਾਵਾਂਗੇ, ਜਾਂ ਫਿਰ ਕੁਝ ਸਮੇਂ ਦਿਨਾਂ ਬਾਅਦ ਜਿਹੜਾ ਉਹ ਸਮਾਂ ਕੱਢ ਕੇ ਆ ਜਾਵਾਂਗੇ, ਕੰਮ ਨਹੀਂ ਚੱਲਣਾ। ਐਸਾ ਹੀ ਸਿੱਖ ਇੱਕ ਜਿਹੜਾ ਵਾ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲੋਂ ਫਿਰ ਗਿਆ, ਮੱਥਾ ਟੇਕਿਆ ਅਤੇ ਆਖਣ ਲੱਗਾ, ਪਾਤਸ਼ਾਹ ਆਨੰਦਪੁਰੀ ਵਾਕਈ ਆਨੰਦ ਦੀ ਪੁਰੀ ਹੈ, ਮੇਰਾ ਮਨ ਕਰਦਾ ਮੈਂ ਟਿਕ ਜਾਵਾਂ। ਅੱਜ ਕਿਹਾ, ਅਗਲੇ ਦਿਨ ਫਿਰ ਆਣ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਇਆ, ਇਹੀ ਗੱਲ ਦੁਬਾਰਾ ਕਹੀ, ਪਾਤਸ਼ਾਹ ਮੇਰਾ ਮਨ ਕਰਦਾ ਮੈਂ ਟਿਕ ਜਾਵਾਂ। ਗੁਰੂ ਪਾਤਸ਼ਾਹ ਜੀ ਬੋਲੇ ਨਹੀਂ, ਬਾਣੀ ਸੁਣੀ, ਬਾਣੀ ਪੜ੍ਹੀ, ਦਰਬਾਰ ਲੱਗਾ, ਸਮਾਪਤੀ ਹੋਈ, ਫਿਰ ਚਲੇ ਗਏ ਨੇ। ਜਦੋਂ ਇਸੇ ਤਰ੍ਹਾਂ 4-5 ਦਿਨ ਲੰਘੇ ਨਾ, ਅਤੇ 5ਵੇਂ ਕੁ ਦਿਨ ਪਾਤਸ਼ਾਹ ਜੀ ਕਹਿੰਦੇ ਫਿਰ ਸਿੱਖਾ ਟਿਕ ਜਾ। ਕਹਿੰਦੇ ਪਾਤਸ਼ਾਹ ਕੀ ਕਰਾਂ, ਘਰ ਗ੍ਰਸਤੀ ਹੈ, ਤੁਹਾਡੇ ਕੋਲ ਤਾਂ ਸਿੱਖ ਸੇਵਕ ਬੜੇ ਨੇ, ਤੁਹਾਡਾ ਗ੍ਰਸਤੀ ਜੀਵਣਾ ਜਿਹੜਾ ਬੜਾ ਸੁਖਾਲਾ, ਕੋਈ ਵੀ ਕਾਰ ਜਿਹੜਾ ਵਾ ਉਹ ਸਿੱਖ ਨੂੰ ਆਖੋਗੇ ਉਹਨੇ ਉਹ ਕਾਰ ਕਰ ਦੇਣੀ ਹੈ, ਉਹ ਕਰਮ ਕਰ ਦੇਣਾ, ਉਹ ਕੰਮ ਨਿਭਾ ਦੇਣਾ। ਪਾਤਸ਼ਾਹ ਮੇਰਾ ਪਰਿਵਾਰ ਕੌਣ ਪਾਲੂ, ਤੁਹਾਨੂੰ ਕੀ ਪਤਾ ਦੁੱਖ ਤਕਲੀਫਾਂ ਬੜੀਆਂ ਨੇ ਗ੍ਰਸਤੀ ਜੀਵਨ ਵਿੱਚ, ਮਨ ਬੜਾ ਕਰਦਾ ਪਰ ਪਾਤਸ਼ਾਹ ਕੀ ਕਰਾਂ, ਮੈਂ ਜਿਹੜਾ ਵਾ ਉਹ ਬੱਝਾ ਹੋਇਆ ਗ੍ਰਸਤੀ ਜੀਵਨ ਦੇ ਵਿੱਚ, ਮੇਰੇ ਕੋਲੋਂ ਵੇਲ ਨਹੀਂ, ਜੇ ਮੈਂ ਘਰ ਨਾ ਗਿਆ ਤਾਂ ਮੇਰਾ ਟੱਬਰ ਜਿਹੜਾ ਉਹ ਭੁੱਖਾ ਮਰ ਜਾਣਾ। ਮੈਂ ਤਾਂ ਸਵੇਰੇ ਦਿਹਾੜੀ 'ਤੇ ਜਾਂਦਾ, ਸ਼ਾਮ ਨੂੰ ਜਿਹੜੀ ਕਮਾਈ ਕੀਤੀ ਆ ਉਹ ਕਮਾਈ ਦੇ ਨਾਲ ਟੱਬਰ ਪਾਲਦਾ, ਕਰਾਂ ਕੀ। ਅਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਸਿੱਖਾ ਉਹ ਕਰਤਾ ਜਿਹੜਾ ਹੈ ਨਾ, ਜਿਹੜਾ ਕਰਤਾ ਪੁਰਖ ਹੈ, ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰੀ ਚਿੰਤਾ ਉਹਨੂੰ ਹੈ, ਤੂੰ ਫਿਕਰ ਕਿਉਂ ਕਰਦਾ। ਨਹੀਂ ਪਾਤਸ਼ਾਹ ਘਰ ਦੇ ਜੀਆਂ ਦੀ ਫਿਕਰ ਹੈ, ਪਰਮਾਤਮਾ ਨੇ ਜੀਵਨ ਦਿੱਤਾ, ਇਹ ਮੇਰੀ ਡਿਊਟੀ ਲਾਈ ਹੈ। ਕਹਿੰਦੇ ਠੀਕ ਹੈ ਸਿੱਖਾ, ਫਿਰ ਤੂੰ ਜਾਣਾ ਹੀ ਚਾਹੁੰਦਾ ਤੇ ਆ ਇੱਕ ਚਿੱਠੀ ਲੈ ਜਾ, ਰਸਤੇ 'ਚ ਜਾਂਦਿਆਂ ਫਲਾਣੇ ਨਗਰ ਦੇ ਵਿੱਚ ਸਾਡਾ ਇੱਕ ਸਿੱਖ ਬੈਠਾ, ਉਹਨੂੰ ਇਹ ਚਿੱਠੀ ਦੇ ਦੇਈਂ, ਇਹ ਪੱਤਰ ਦੇ ਦੇਈਂ। ਉਹ ਚਲਾ ਜਾਂਦਾ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ। ਜਦੋਂ ਪਹੁੰਚਦਾ ਨਾ ਗੁਰੂ ਦੇ ਸਿੱਖ ਦੇ ਕੋਲ ਜਾ ਕੇ ਉਹਨੂੰ ਚਿੱਠੀ ਫੜਾਉਂਦਾ, ਪਹਿਲਾਂ ਗੁਰੂ ਦਾ ਸਿੱਖ ਸੇਵਾ ਪਾਣੀ ਕਰਦਾ, ਉਹਨੂੰ ਚਾਹ ਪਾਣੀ ਪੁੱਛਦਾ, ਸੇਵਾ ਪਾਣੀ ਕਰਨ ਤੋਂ ਬਾਅਦ ਉਹ ਚਿੱਠੀ ਖੋਲ੍ਹਦਾ, ਉਹਦੇ ਵਿੱਚ ਲਿਖਿਆ ਹੁੰਦਾ ਕਿ ਤੈਨੂੰ ਗੁਰੂ ਦਾ ਹੁਕਮ ਹੈ, ਇਹਨੂੰ ਸਿੱਖ ਨੂੰ ਜਿਹੜਾ ਵਾ ਆਪਣੇ ਕਮਰੇ ਵਿੱਚ ਬੰਦ ਕਰਕੇ ਜਿੰਦਰਾ ਲਾ ਦੇ, ਅਤੇ ਜਦੋਂ ਤੱਕ ਮੇਰਾ ਹੁਕਮ ਨਾ ਆਵੇ ਉਦੋਂ ਤੱਕ ਇਹਨੂੰ ਬਾਹਰ ਨਹੀਂ ਕੱਢਣਾ। ਸਿੱਖ ਨੇ ਇਸੇ ਤਰ੍ਹਾਂ ਕੀਤਾ, ਉਹਨੂੰ ਅੰਦਰ ਖੜਿਆ, ਅੰਦਰ ਜਾ ਕੇ ਬਿਠਾ ਕੇ ਅਤੇ ਜਿੰਦਰਾ ਲਾ ਦਿੱਤਾ। ਅਤੇ ਗੁਰੂ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਇਹਦੀ ਸੇਵਾ ਬੜੀ ਕਰਨੀ ਹੈ, ਰੱਜ ਕੇ ਸੇਵਾ ਕਰਨੀ, ਇਹਨੂੰ ਕਿਸੇ ਪ੍ਰਕਾਰ ਦੀ ਤੋਟ ਨਹੀਂ ਰਹਿਣ ਦੇਣੀ, ਪਰ ਇਹਨੂੰ ਘਰ ਨਹੀਂ ਜਾਣ ਦੇਣਾ, ਇਹਨੂੰ ਇੱਥੇ ਰੱਖਣਾ। ਬੜਾ ਰੋਇਆ, ਬੜਾ ਕੁਰਲਾਇਆ। ਜਦੋਂ ਕਾਫੀ ਲੰਮਾ ਸਮਾਂ ਬਤੀਤ ਹੋ ਗਿਆ ਨਾ, ਅਤੇ ਇੱਕ ਦਿਨ ਆਉਂਦਾ, ਗੁਰੂ ਦਾ ਸਿੱਖ ਆਣ ਕੇ ਦਰਵਾਜ਼ੇ ਤੋਂ ਤਾਲਾ ਖੋਲ੍ਹਦਾ, ਆਖਦਾ ਗੁਰੂ ਕੇ ਪਿਆਰੇ ਸਿੱਖ, ਹੁਣ ਤੈਨੂੰ ਇਜਾਜ਼ਤ ਮਿਲ ਗਈ, ਜਾ ਆਪਣੇ ਘਰ ਚਲਾ ਜਾਵਾ। ਅਤੇ ਅੱਖਾਂ ਦੇ ਵਿੱਚ ਪਾਣੀ ਆ ਗਿਆ, ਆਖਣ ਲੱਗਾ ਕਿੱਥੇ ਜਾਵਾਂ, ਜਿਸ ਪਰਿਵਾਰ ਨੂੰ ਮੈਂ ਪਾਲਦਾ ਸਾਂ ਨਾ, ਇੰਨੇ ਟਾਈਮ ਦੇ ਵਿੱਚ, ਇੰਨੇ ਸਮੇਂ ਦੇ ਵਿੱਚ ਤੇ ਉਹ ਤਾਂ ਭੁੱਖਾ ਹੀ ਮਰ ਗਿਆ ਹੋਣਾ, ਉਹਦਾ ਤਾਂ ਰਿਹਾ ਹੀ ਕੁਛ ਨਹੀਂ ਹੋਣਾ ਮੇਰੇ ਪਰਿਵਾਰ ਦਾ।
ਖੇਰੂ ਖੇਰੂ ਹੋ ਗਿਆ ਹੋਣਾ, ਮੈਂ ਨਹੀਂ ਜਾਣਾ। ਕਹਿੰਦੇ ਨਹੀਂ, ਗੁਰੂ ਕੇ ਸਿੱਖਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਭਲੀ ਕਰਨਗੇ, ਦਸ਼ਮੇਸ਼ ਪਿਤਾ ਭਲੀ ਕਰਨਗੇ, ਤੂੰ ਜਾ। ਚੱਲ ਪਿਆ। ਸੋਚਾਂ ਸੋਚਦਾ ਜਾਂਦਾ ਮੇਰੇ ਵਰਗਾ ਕਿ ਕੀ ਬਣਿਆ ਹੋਵੇਗਾ ਮੇਰੇ ਤੋਂ ਬਾਅਦ। ਜਦੋਂ ਨਗਰ ਵਿੱਚ ਪਹੁੰਚਦਾ, ਘਰ ਵੱਲ ਜਾਂਦਾ ਤੇ ਘਰਦਿਆਂ ਨੂੰ ਇਹ ਖਬਰ ਪੁੱਜੀ ਸੀ ਕਿ ਜਿਹੜਾ ਤੁਹਾਡਾ ਪਤੀ ਪਰਮੇਸ਼ਰ ਹੈ ਉਹ ਇਸ ਸੰਸਾਰ ਤੋਂ ਚਲਾ ਗਿਆ, ਸੰਸਾਰ ਨੂੰ ਛੱਡ ਗਿਆ। ਹੁਣ ਘਰ ਵਿੱਚ ਪੈਰ ਧਰਦਾ ਕੀ ਵੇਖਦਾ, ਇਹ ਸਵਾਣੀ ਭਾਵ ਘਰ ਵਾਲੀ ਜਿਹੜੀ ਸੀ ਨਾ ਉਹਨੇ ਹੱਟੀ ਪਾਈ ਹੋਈ ਹੈ, ਦੁਕਾਨ ਦੇ ਉੱਤੇ ਬੈਠੀ ਹੋਈ ਹੈ। ਬੱਚੇ ਉਹਦੇ ਨਾਲ ਕਾਰ ਵਿਹਾਰ ਕਰ ਰਹੇ ਨੇ, ਕੋਈ ਕੁਛ ਕਰ ਰਿਹਾ, ਕੋਈ ਪਸ਼ੂਆਂ ਨੂੰ ਚਾਰਾ ਪਾ ਰਿਹਾ। ਇਹ ਵੇਖ ਕੇ ਹੈਰਾਨ ਰਹਿ ਜਾਂਦਾ। ਹੁਣ ਆਪਣੇ ਪਰਿਵਾਰ ਨੂੰ ਮਿਲ ਕੇ ਕਹਿੰਦਾ ਕੁਝ ਨਹੀਂ, ਵਾਪਸ ਦੌੜਾ ਆਉਂਦਾ ਆਨੰਦਪੁਰ ਦੇ ਧਰਤੀ ਨੂੰ। ਆਣ ਕੇ ਗੁਰੂ ਦੇ ਚਰਨਾਂ ਵਿੱਚ ਡਿੱਗ ਜਾਂਦਾ ਤੇ ਪਾਤਸ਼ਾਹ ਕਹਿੰਦੇ ਕੀ ਗੱਲ ਹੋਈ? ਕਹਿੰਦੇ ਪਾਤਸ਼ਾਹ ਸਮਝ ਆ ਗਈ, ਮੈਂ ਆਪਣੇ ਨਾਲ ਅਹੰਕਾਰ ਬੰਨ੍ਹਿਆ ਸੀ। ਮੇਰੇ ਮਨ ਅੰਦਰ ਇਹ ਅਹੰਕਾਰ ਸੀ ਕਿ ਜਿਹੜਾ ਮੈਂ ਕਰਮ ਕਰਦਾ, ਜੇ ਮੈਂ ਇਹ ਕਾਰੋਬਾਰ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ, ਇਸ ਤੋਂ ਬਗੈਰ ਮੇਰਾ ਪਰਿਵਾਰ ਜੀ ਨਹੀਂ ਸਕਦਾ। ਪਰ ਇਸ ਸੰਸਾਰ ਦੇ ਉੱਤੇ ਉਹ ਸਮਰੱਥ ਕਰਤਾ ਪੁਰਖ ਅਕਾਲ ਪੁਰਖ ਆਪ ਹੈ। ਉਹਨੇ ਇਸ ਧਰਤੀ ਦੇ ਉੱਤੇ ਜਿੰਨੇ ਵੀ ਜੀਵ ਭੇਜੇ ਨੇ ਉਹਨਾਂ ਨੂੰ ਉਹਨਾਂ ਦਾ ਕਰਮ ਬਖਸ਼ ਕੇ ਭੇਜਿਆ ਹੈ। ਪਾਤਸ਼ਾਹ ਕਹਿੰਦੇ ਕੀ ਹੋਇਆ? ਕਹਿੰਦੇ ਕਿ ਵੇਖੋ, ਜਦੋਂ ਤੱਕ ਤੇ ਮੈਂ ਘਰ ਸਾਂ, ਪਰਿਵਾਰ ਮੇਰਾ ਮੇਰੇ 'ਤੇ ਡਿਪੈਂਡ ਸੀ। ਪਰ ਜਿਸ ਦਿਨ ਦਾ ਮੈਂ ਤੁਹਾਡੇ ਗੁਰੂ ਦੇ ਸਿੱਖ ਕੋਲ ਬੈਠਾ, ਉਸ ਦਿਨ ਤੋਂ ਮੇਰੇ ਪਰਿਵਾਰ ਨੇ ਸਾਰੀ ਜ਼ਿੰਮੇਵਾਰੀ ਸੰਭਾਲ ਲਈ। ਕਹਿਣ ਤੋਂ ਭਾਵ ਇਹ ਹੈ, ਮਨੁੱਖ ਆਪਣੇ ਅੰਦਰ ਇਹੀ ਅਹੰਕਾਰ ਵਿੱਚ ਬੱਝਾ ਹੋਇਆ, ਲਾਲਚ ਵਿੱਚ ਬੱਝਾ ਹੋਇਆ ਕਿ ਮੇਰੇ ਤੋਂ ਬਗੈਰ ਮੇਰੇ ਪਰਿਵਾਰ ਦਾ ਬਣੇਗਾ ਕੀ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਲਾਲਚ ਵਿੱਚ ਬੱਝਾ ਹੋਇਆ ਕਰਮ ਕਮਾਉਂਦਾ, ਪਰਮਾਤਮਾ ਦੇ ਨਾਮ ਨੂੰ ਭੁਲਾ ਬੈਠਾ। ਭੁੱਲਿਓ ਮਨ ਮਾਇਆ ਉਰਝਾਇਓ, ਮਾਇਆ ਦੇ ਵਿੱਚ ਉਲਝ ਗਿਆ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਉਸੇ ਸੋਰਠ ਰਾਗ ਦੇ ਅੰਦਰ ਕਹਿੰਦੇ ਨੇ ਕਿ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੁੱਝੈ ਕੋਏ। ਇਸ ਮਾਇਆ ਨੇ ਜਗਤ ਨੂੰ ਮੋਹ ਲਿਆ ਹੈ। ਜੋ ਜੋ ਕਰਮ ਕੀਓ ਲਾਲਚ ਲੱਗ, ਲਾਲਚ ਦੇ ਵਿੱਚ ਬੱਝਾ ਹੋਇਆ ਕਰਮ ਕਮਾਉਂਦਾ ਏ, ਪਰਮਾਤਮਾ ਨੂੰ ਭੁਲਾ ਬੈਠਾ ਅਤੇ ਮਾਇਆ ਨੇ ਇਹਨੂੰ ਠੱਗ ਲਿਆ। ਜੀਵ ਸਾਰੀ ਜ਼ਿੰਦਗੀ ਕਮਾਈ ਕਰਦਾ ਪਰ ਪਰਮਾਤਮਾ ਦਾ ਨਾਮ ਨਹੀਂ ਲੈਂਦਾ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਕਿਰਸਾਨ ਕਿਰਸਾਨੀ ਕਰਦਾ, ਇਸ ਤਰ੍ਹਾਂ ਉਦਮ ਕਰਕੇ ਪਰਮਾਤਮਾ ਦਾ ਨਾਮ ਜਪ। ਦੂਜੀ ਬੇਨਤੀ ਕੀਤੀ, ਹਾਨ ਹਟ ਕਰ ਆਰਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡਸਾਲ, ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਉ ਵਣਜ ਕਰ, ਲੈ ਲਾਹਾ ਮਨ ਹੱਸ। ਜਿਸ ਤਰ੍ਹਾਂ ਦੁਕਾਨਦਾਰ ਦੁਕਾਨ 'ਤੇ ਬੈਠਦਾ ਨਾ, ਬੜੀ ਮਿਹਨਤ ਹੈ। ਤੁਸੀਂ ਆਪਣੀਆਂ ਗੈਰਜਾਂ 'ਤੇ ਬੈਠਦੇ, ਜੇ ਸਾਰੀ ਸਾਰੀ ਦਿਹਾੜੀ ਸੀਟ 'ਤੇ ਬੈਠਣਾ ਬੜਾ ਮੁਸ਼ਕਿਲ ਹੁੰਦਾ, ਪਰ ਜਿਹੜਾ ਬਹਿੰਦਾ ਪਤਾ ਉਹਨੂੰ ਹੀ ਹੈ। ਮੈਂ ਆਖੀ ਜਾਵਾਂ ਇਹ ਕੰਮ ਬੜਾ ਸੁਖਾਲਾ, ਪਰ ਸਾਰੀ ਦਿਹਾੜੀ ਉਸ ਕੁਰਸੀ 'ਤੇ ਬੈਠਣਾ ਬੜਾ ਔਖਾ। ਜਿਹੜਾ ਕਰਮ ਕਰਦਾ ਉਹਨੂੰ ਹੀ ਪਤਾ ਉਸ ਬਾਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਕਰਮ ਨੂੰ ਮਿਧਮਾਇਆ। ਕਿਸਾਨੀ ਕੀਤੀ ਕਰਤਾਰਪੁਰ ਦੀ ਧਰਤੀ 'ਤੇ, ਹੱਟੀ ਕੀਤੀ ਸੁਲਤਾਨਪੁਰ ਦੀ ਧਰਤੀ 'ਤੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਦੱਸਿਆ ਕਿ ਜਿਸ ਤਰ੍ਹਾਂ ਹੱਟੀ 'ਤੇ ਬਹਿ ਕੇ ਮਨੁੱਖ ਦੁਕਾਨ ਚਲਾਉਂਦਾ ਨਾ, ਸਾਰੀ ਦਿਹਾੜੀ ਪਤਾ ਨਹੀਂ ਗ੍ਰਾਹਕ ਆਏ ਜਾਂ ਨਾ ਆਏ, ਇਸੇ ਤਰ੍ਹਾਂ ਹੀ ਇਸ ਸੰਸਾਰ ਦੇ ਉੱਤੇ ਆਪਣਾ ਨਿਯਮ ਬਣਾ ਲੈ। ਜਦੋਂ ਤੂੰ ਮਨ ਦੇ ਵਿੱਚ ਬਿਨਾਂ ਲਾਲਚ ਤੋਂ ਪਰਮਾਤਮਾ ਦਾ ਨਾਮ ਜਪੇਗਾ ਨਾ, ਤੇ ਫਿਰ ਇੱਕ ਦਿਨ ਉਹ ਬਰਕਤ ਪਾਏਗਾ। ਤੇਰੇ ਹਿਰਦੇ ਦੇ ਘਰ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਉਹ ਪ੍ਰਫੁੱਲਤ ਹੋਵੇਗਾ। ਜਿਹੜਾ ਤੇਰਾ ਗੱਲਾ ਹੈ ਨਾ, ਮਨ ਰੂਪੀ ਗੱਲਾ, ਇਹਦੇ ਵਿੱਚ ਨਾਮ ਦੀ ਪੂੰਜੀ ਜਿਹੜੀ ਉਹ ਜਮ੍ਹਾਂ ਹੋਣ ਲੱਗ ਜਾਏਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਉਸ ਸ਼ਬਦ ਦੇ ਵਿੱਚ ਕਮਾਲ ਕੀਤੀ ਹੈ। ਵਣਜਾਰਿਆਂ ਸਿਉ ਵਣਜ ਕਰ, ਲੈ ਲਾਹਾ ਮਨ ਹਾਸ। ਅਤੇ ਨਾਲ ਹੀ ਅਗਲੇ ਪਾਸੇ ਜਿਹੜਾ ਵਾ, ਜਿਹੜੇ ਵਣਜ ਵਿਹਾਰ ਕਰਨ ਵਾਸਤੇ ਬਾਹਰ ਜਾਂਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ। ਹੁਣ ਸੌਦਾਗਰ ਕੀ ਕਰਦਾ? ਬਾਹਰ ਜਾਂਦਾ, ਨਾਲ ਕੀ ਬੰਨ੍ਹ ਕੇ ਖੜਦਾ? ਧਨ। ਗੱਡੀ ਦੇ ਉੱਤੇ ਜਾਂਦਾ। ਉਸ ਸਮੇਂ ਘੋੜਿਆਂ ਦੇ ਉੱਤੇ ਜਾ ਕੇ ਸਫ਼ਰ ਕਰਦਾ ਸੀ।
ਤੇ ਨਾਲ ਖਰਚ ਬੰਦ ਚੰਗਿਆਈਆਂ। ਜਿਹੜਾ ਖਰਚਾ ਬਣਦਾ ਸੀ ਮਾਇਆ ਦਾ, ਗੁਰੂ ਸਾਹਿਬ ਕਹਿੰਦੇ ਚੰਗਿਆਈਆਂ ਦਾ ਖਰਚਾ ਬੰਦ। ਮੈਂ ਸੰਪੂਰਨ ਸ਼ਬਦ ਦੇ ਅਰਥ ਨਾ ਕਰਾਂ ਕਿਉਂਕਿ ਸਮਾਂ ਸਮਾਪਤ ਹੁੰਦਾ ਜਾ ਰਿਹਾ। ਗੁਰੂ ਸਾਹਿਬ ਨੇ ਸੁਦਾਗਰੀ ਦੀ ਗੱਲ ਕਰਕੇ ਕਿਹਾ ਸੁਦਾਗਰ ਵੀ ਬੜੀ ਮਿਹਨਤ ਕਰਦਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜਾ ਵਾ ਉਹ ਵਪਾਰ ਕਰਦਾ। ਉਹਦਾ ਫੋਕਸ ਜਿਹੜਾ ਹੁੰਦਾ ਉਸ ਜਗ੍ਹਾ 'ਤੇ ਹੁੰਦਾ ਜਿੱਥੇ ਜਾ ਕੇ ਉਹਨੇ ਵਪਾਰ ਕਰਨਾ। ਅਤੇ ਆਪਣਾ ਜਿਹੜਾ ਫੋਕਸ ਹੈ ਨਾ ਆਪਣੇ ਮਾਈਂਡ ਨੂੰ ਗੁਰੂ ਦਰਬਾਰ ਵਿੱਚ ਸੈੱਟ ਕਰ। ਫਿਰ ਇੱਥੇ ਆਣ ਕੇ ਬਾਣੀ ਪੜ੍ਹ ਅਤੇ ਬਾਣੀ ਪੜ੍ਹ ਕੇ ਨਾਮ ਜਪ ਕੇ ਫਿਰ ਆਪਣਾ ਜਿਹੜਾ ਕਰਮ ਜਿਹੜਾ ਨਿਭਾ ਰਿਹਾ ਨਾ ਉਸ ਕਰਮ ਨੂੰ ਨਿਭਾ। ਅਖੀਰ ਉੱਤੇ ਫਿਰ ਨੌਕਰ ਦੀ ਗੱਲ ਵੀ ਕੀਤੀ ਕਿ ਜਿਸ ਤਰ੍ਹਾਂ ਇੱਕ ਨੌਕਰ ਨੌਕਰੀ ਕਰਦਾ ਆਪਣੇ ਮਾਲਕ ਦੀ ਵਫਾਦਾਰੀ ਨਿਭਾਉਂਦਾ ਨਾ, ਇਸੇ ਤਰ੍ਹਾਂ ਤੂੰ ਗੁਰੂ ਨਾਨਕ ਦੇ ਦਰਬਾਰ ਵਿੱਚ ਆ, ਨੌਕਰ ਬਣ ਪਰ ਵਫਾਦਾਰ ਬਣ। ਲਾਏ ਚਿੱਤ ਕਰ ਚਾਕਰੀ, ਜਿਹੜੀ ਚਾਕਰੀ ਕਰਨੀ ਹੈ ਚਿੱਤ ਲਾ ਕੇ ਕਰ। ਐਵੇਂ ਉੱਪਰੋਂ ਨਹੀਂ ਕਿ ਮੈਂ ਆਇਆ ਮੱਥਾ ਟੇਕਿਆ ਚਲਾ ਗਿਆ ਮੇਰਾ ਕਰਮ ਨਿਭ ਗਿਆ। ਜਿਹੜਾ ਮੈਂ ਕਰਮ ਕੀਤਾ ਦੁਕਾਨ 'ਤੇ ਬੈਠ ਕੇ ਸਾਰੀ ਦਿਹਾੜੀ ਸੋਚਦਾ ਧਨ ਕਿੱਥੋਂ ਆਵੇ, ਜਦੋਂ ਗੁਰੂ ਦਰਬਾਰ ਵਿੱਚ ਸੋਚਾਂ ਨਹੀਂ ਸੋਚਦਾ ਕਦੀ। ਇੱਥੇ ਵੀ ਤੇਰੀਆਂ ਸੋਚਾਂ ਇਹੀ ਨੇ ਕਿ ਮੈਂ ਕਿਹੜੀ ਅਰਦਾਸ ਕਰਾਂ ਸਫਲ ਹੋ ਜਾਵੇ ਅਤੇ ਮੈਨੂੰ ਆਹ ਧਨ ਦੀ ਪ੍ਰਾਪਤੀ ਹੋ ਜਾਵੇ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਤੂੰ ਇਹ ਸੋਚਾਂ ਸੋਚਦਾ ਹੈ ਨਾ ਫਿਰ ਇਸ ਸੰਸਾਰ ਦੇ ਉੱਤੇ ਤਿਹ ਆਪ ਬੰਧਾਇਓ। ਉਸ ਕਰਮ ਦੇ ਕਾਰਨ ਹੀ ਤੂੰ ਬੱਝ ਗਿਆ। ਅੱਜ ਅਰਦਾਸ ਵੀ ਕਰਦਾ, ਅਰਦਾਸ ਤਾਂ ਕਰਨੀ ਸੱਚੇ ਪਾਤਸ਼ਾਹ ਨਾਮ ਧਨ ਦੇ। ਅਰਦਾਸ ਤਾਂ ਇਹੀ ਕਰਨੀ ਸੀ ਨਾ ਕਿ ਨਾਮ ਧਨ ਦੇ, ਪਰ ਨਾਮ ਧਨ ਦੀ ਜਗ੍ਹਾ 'ਤੇ ਅਸੀਂ ਮੰਗ ਲਿਆ ਸੰਸਾਰੀ ਧਨ। ਹੁਣ ਜਿਸ ਘਰ ਦੇ ਵਿੱਚੋਂ ਜਿਹੜੀ ਵਸਤ ਮੰਗਣੀ ਸੀ ਉਹ ਮੰਗੀ ਨਹੀਂ। ਕਿਸਾਨ ਦੇ ਕੋਲੋਂ ਜਾ ਕੇ ਆਖਾਂਗੇ ਕਿ ਸਾਨੂੰ ਸੋਨਾ ਦੇ ਮਿਲ ਜਾਏਗਾ? ਸੋਨਾ ਸੁਨਿਆਰ ਦੇ ਕੋਲੋਂ ਜਾ ਕੇ ਮਿਲਣਾ। ਹਾਂ ਇੱਥੇ ਸਭ ਕੁਝ ਹੀ ਹੈ, ਵਸਤਾਂ ਸਾਰੀਆਂ ਨੇ, ਗੁਰੂ ਦੇ ਕੋਲ ਸਭ ਕੁਝ ਹੀ ਹੈ। ਪਰ ਜਦੋਂ ਅਸੀਂ ਉਸ ਗੁਰੂ ਦੇ ਕੋਲੋਂ ਨਾਮ ਧਨ ਮੰਗਾਂਗੇ ਨਾ, ਉਸ ਨਾਮ ਧਨ ਦੇ ਨਾਲ ਸਭ ਕੁਝ ਹੀ ਮਿਲ ਜਾਂਦਾ। ਉਹਦੀ ਬਰਕਤ ਹੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਸ਼ਮੇਸ਼ ਪਿਤਾ ਦੇ ਦਰਬਾਰ ਵਿੱਚ ਉਹ ਸਿੱਖ ਆਇਆ ਨਾ, ਉਹਨੇ ਸਮਝਾਇਆ ਪਾਤਸ਼ਾਹ ਜੀ ਨੇ ਕਿ ਗੁਰੂ ਕਿਆ ਸਿੱਖਾ ਵੇਖ ਸਮਝ, ਇਹ ਨਾ ਸੋਚ ਕੇ ਮੇਰੇ ਕਰਕੇ ਮੇਰਾ ਪਰਿਵਾਰ ਚੱਲਦਾ, ਇਹ ਉਸ ਪਰਮਾਤਮਾ ਦੇ ਕਰਕੇ ਚੱਲਦਾ। ਪਤਾ ਨਹੀਂ ਸੰਸਾਰ ਦੇ ਉੱਤੇ ਸਰੀਰ ਕਦੋਂ ਮਿਲਸ ਜਾਣਾ। ਸੋ ਮੈਂ ਜ਼ਿਆਦਾ ਅੱਗੇ ਨਾ ਜਾਵਾਂ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਆਰੰਭ ਤੋਂ ਫਿਰ ਅਸੀਂ ਇਸ ਸ਼ਬਦ ਦੇ ਜਿਹੜੇ ਸ਼ਾਬਦਿਕ ਅਰਥ ਕਰ ਲਈਏ ਕਿ ਭੂਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤੇ ਆਪ ਬੰਧਾਇਓ। ਮਨ ਜਿਹੜਾ ਇਹ ਭੁੱਲ ਗਿਆ। ਕਿਉਂ ਭੁੱਲਿਆ? ਮਾਇਆ ਦੇ ਵਿੱਚ ਉਲਝ ਗਿਆ। ਮਾਇਆ ਦੇ ਵਿੱਚ ਭੂਲਿਓ ਮਨ ਮਾਇਆ ਉਰਝਾਇਓ, ਮਾਇਆ ਨੇ ਉਰਝਾ ਦਿੱਤਾ। ਕਿਉਂ ਉਰਝਾਇਆ? ਕਿਉਂਕਿ ਜੋ ਜੋ ਕਰਮ ਕੀਓ ਲਾਲਚ ਲੱਗ, ਲਾਲਚ ਦੇ ਵਿੱਚ ਆਣ ਕੇ ਜਿਹੜਾ ਕਰਮ ਨਿਭਾਇਆ ਨਾ ਤੇ ਆਪ ਬੰਧਾਏ, ਉਸ ਲਾਲਚ ਦੇ ਕਾਰਨ ਹੀ ਇਹ ਜਿਹੜਾ ਬੱਝਾ ਹੋਇਆ ਮਾਇਆ ਦੇ ਵਿੱਚ। ਰਹਾਉ ਸਮਝ ਨਾ ਪਰੀ ਬਿਖੈ ਰਸ ਰਚਿਓ, ਜਸ ਹਰ ਕੋ ਬਿਸਰਾਇਓ। ਇਹਨੂੰ ਹੁਣ ਸਮਝ ਨਹੀਂ ਰਹੀ ਅਤੇ ਬਿਖੈ ਰਸ, ਜਿਹੜੇ ਰਸ ਨੇ ਇਹ ਜ਼ਹਿਰ ਰੂਪੀ ਨੇ। ਰਸ ਸੋਇਣਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਇਹ ਸਾਰੇ ਰਸ ਜਿਹੜੇ ਸਰੀਰ ਦੇ ਵਿੱਚ ਨੇ। ਅਤੇ ਨਾਮ ਇਹਦੇ ਵਿੱਚ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਹੁਣ ਨਾਮ ਕਿੱਥੇ ਪਵੇ? ਇਹ ਸਾਰੇ ਰਸ ਤੇ ਸਰੀਰ ਦੇ ਵਿੱਚ ਆ ਗਏ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਵਿਖਿਆ ਰਸ ਦੇ ਵਿੱਚ ਰਚਿਆ ਹੋਇਆ ਹਰ ਜਸ ਹਰ ਕੋ ਵਿਸਰਾਇਓ, ਅਤੇ ਹਰੀ ਦਾ ਜਸ ਇਹਨੇ ਵਿਸਾਰ ਦਿੱਤਾ। ਕਿਉਂਕਿ ਇਹਨੇ ਜਿਹੜੇ ਭੈੜੇ ਰਸ ਸਨ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ। ਸੰਗ ਸੁਆਮੀ ਸੋ ਜਾਣਿਓ ਨਾਹਿਨ, ਬਨ ਖੋਜਣ ਕੋ ਧਾਇਓ। ਜਿਹੜਾ ਹਿਰਦੇ ਘਰ ਵਿੱਚ ਪਰਮਾਤਮਾ ਵਸਿਆ ਹੋਇਆ ਨਾ ਤੇਰੇ ਅੰਦਰ ਹੀ ਹੈ। ਜਿਸ ਤਰ੍ਹਾਂ ਮਿਰਗ ਦੌੜਾ ਫਿਰਦਾ ਹੈ, ਕਸਤੂਰੀ ਉਹਦੇ ਕੋਲ ਹੀ ਹੈ ਪਰ ਲੱਭਦਾ ਫਿਰਦਾ ਹੈ। ਅਸੀਂ ਵੀ ਪਰਮਾਤਮਾ ਸਾਡੇ ਅੰਦਰ ਹੀ ਹੈ। ਗੁਰੂ ਸਾਹਿਬ ਸਮਝਾ ਰਹੇ ਨੇ ਕਿ ਪਰਮਾਤਮਾ ਤੇਰੇ ਅੰਦਰ ਹੈ ਅਤੇ ਦੌੜੇ ਅਸੀਂ ਥਾਵਾਂ 'ਤੇ ਫਿਰਦੇ ਹਾਂ ਕਿ ਪਰਮਾਤਮਾ ਮਿਲ ਜਾਵੇ, ਲੱਭ ਜਾਵੇ ਪਰਮਾਤਮਾ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ
ਇਹ ਫਿਰ ਦੌੜਦਾ ਹੈ ਕਦੀ ਜੰਗਲਾਂ ਵਿੱਚ ਤਪ ਕਰਨ ਵਾਸਤੇ, ਬਨ ਖੋਜਣ ਕੋ ਧਾਇਓ, ਕਦੀ ਤਪ ਸਾਧਨ ਵਾਸਤੇ ਜੰਗਲਾਂ ਵਿੱਚ ਚਲਾ ਜਾਂਦਾ, ਕਦੀ ਪਹਾੜਾਂ ਉੱਤੇ ਚੜ੍ਹ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਪਰ ਅਸਲ ਵਿੱਚ ਸੁਆਮੀ ਤੇਰੇ ਹਿਰਦੇ ਵਿੱਚ ਹੈ, ਸੰਗ ਸੁਆਮੀ ਤੇਰੇ ਕੋਲ ਹੀ ਹੈ ਪ੍ਰਮਾਤਮਾ, ਪ੍ਰਮਾਤਮਾ ਤੇਰੇ ਕੋਲ ਹੀ ਹੈ, ਸੋ ਜਾਣਿਓ ਨਾ ਇਹਨੂੰ, ਤੂੰ ਉਹਨੂੰ ਜਾਣਿਆ ਹੀ ਨਹੀਂ। ਰਤਨ ਰਾਮ ਘਟ ਹੀ ਕੇ ਭੀਤਰ, ਤਾ ਕੋ ਗਿਆਨ ਨ ਪਾਇਓ। ਨਾਮ ਰੂਪੀ ਜਿਹੜਾ ਪ੍ਰਮਾਤਮਾ ਦਾ ਰਤਨ ਹੈ, ਮੋਤੀ ਹੈ ਨਾ, ਰਤਨ ਰਾਮ ਘਟ ਹੀ ਕੇ ਭੀਤਰ, ਘਟ ਕਹਿੰਦੇ ਨੇ ਹਿਰਦੇ ਨੂੰ, ਤੇਰੇ ਹਿਰਦੇ ਘਰ ਵਿੱਚ ਹੀ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹੈ, ਪਰ ਤੂੰ ਤਾਂ ਕੋ ਗਿਆਨ ਨਾ ਪਾਇਓ, ਤੈਨੂੰ ਇਸ ਗੱਲ ਦਾ ਗਿਆਨ ਨਹੀਂ। ਕਿਉਂ? ਕਿਉਂਕਿ ਜੋ ਕਰਮ ਕੀਓ ਲਾਲਚ ਲੱਗ, ਜਿਹੜਾ ਵੀ ਕਰਮ ਕਰ ਰਿਹਾ ਤੂੰ ਲਾਲਚ ਕਰਕੇ ਕਰ ਰਿਹਾ। ਤੇ ਗੁਰੂ ਸਾਹਿਬ ਕਹਿੰਦੇ ਨੇ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ। ਤੇ ਇਸ ਲਾਲਚ ਦੇ ਵਿੱਚ ਫਿਰ ਤੂੰ ਤੇਰਾ ਕਰਮ ਕੀ ਬਣ ਗਿਆ? ਤੂੰ ਕੇਵਲ ਮਾਇਆ ਦੇ ਉੱਤੇ ਧਿਆਨ ਦਿੱਤਾ, ਚਿੱਤ ਆਪਣਾ ਮਾਇਆ ਇਕੱਠੀ ਕਰਨ ਵਿੱਚ ਹੀ ਲਾ ਲਿਆ, ਤੇ ਫਿਰ ਇਸ ਸੰਸਾਰ ਦੇ ਉੱਤੇ ਪਰਮਾਤਮਾ ਦੇ ਨਾਮ ਤੋਂ ਬਗੈਰ ਜਿਹੜਾ ਤੇਰਾ ਜੀਵਨ ਮਿਲਿਆ ਸੀ, ਇਹਨੂੰ ਵਿਅਰਥ ਗਵਾ ਲਿਆ। ਜਨ ਨਾਨਕ ਭਗਵੰਤ ਭਜਨ ਬਿਨ, ਪਰਮਾਤਮਾ ਦੇ ਨਾਮ ਦੀ ਬੰਦਗੀ ਤੋਂ ਬਗੈਰ, ਉਹਦੇ ਭਜਨ ਤੋਂ ਬਗੈਰ ਬਿਰਥਾ ਜਨਮ ਗਵਾਇਓ। ਜਿਹੜਾ ਮਨੁੱਖਾ ਜਨਮ ਮਿਲਿਆ ਸੀ ਨਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਵਾਰੀ ਮਿਲੀ ਸੀ ਨਾ ਜਿਹੜੀ, ਉਹ ਗਵਾ ਲਈ, ਵਿਅਰਥ ਗਵਾ ਲਈ, ਨਿਕਲ ਗਿਆ ਸਮਾਂ। ਫਿਰ ਅੰਤ ਦੇ ਸਮੇਂ ਤੂੰ ਜਿਹੜਾ ਵਾ ਉਹ ਭਰਮ ਦੇ ਵਿੱਚ, ਭੁਲੇਖੇ ਦੇ ਵਿੱਚ ਪਛਤਾ ਕੇ ਕਿ ਮੈਂ ਜਪਿਆ ਕਿਉਂ ਨਹੀਂ, ਤੇ ਪਛਤਾਏ ਹੋਏ ਨੇ ਆਪਣੀ ਜ਼ਿੰਦਗੀ ਨੂੰ ਨਾਸ ਕਰ ਲਿਆ। ਸੰਸਾਰ ਦੇ ਉੱਤੇ ਫਿਰ ਲੋਕ ਇਹ ਗੱਲ ਆਖਦੇ ਨੇ ਕਿ ਇਹਨੇ ਆਪਣਾ ਜੀਵਨ ਜਿਹੜਾ ਸੀ ਪਰਮਾਤਮਾ ਦੇ ਨਾਮ ਤੋਂ ਬਗੈਰ ਹੀ ਗਵਾ ਕੇ ਜੀਵਨ ਦੀ ਬਾਜੀ ਹਾਰ ਗਿਆ। ਸੋ ਗੁਰੂ ਕੇ ਪਿਆਰਿਓ, ਅਸੀਂ ਵੀ ਜੀਵਨ ਦੀ ਬਾਜੀ ਹਾਰੀਏ ਨੇ, ਸਮਾਂ ਜ਼ਿਆਦਾ ਹੋ ਗਿਆ, ਪਰ ਸ਼ਬਦ ਹੀ, ਇਸ ਸ਼ਬਦ ਦੇ ਅੰਦਰ ਹੀ ਗੁਰੂ ਸਾਹਿਬ ਨੇ ਕਮਾਲ ਕੀਤੀ ਹੈ। ਜੀ ਕਰੀ ਜਾਂਦਾ ਕਿ ਇਹਦੀ ਵਿਚਾਰ ਹੋਰ ਖੋਲ੍ਹ ਕੇ ਕੀਤੀ ਜਾਵੇ, ਹੋਰ ਖੋਲ੍ਹ ਕੇ ਕੀਤੀ ਜਾਵੇ। ਮੈਂ ਮਾफ़ੀ ਚਾਹੁੰਦਾ, ਆਪ ਜੀ ਦਾ ਸਮਾਂ ਜਿਹੜਾ ਵਾ ਉਹ ਵੱਧ ਲਿਆ ਗਿਆ, ਪਰ ਗੁਰੂ ਸਾਹਿਬ ਜੋ ਸਮਝਾ ਰਹੇ ਨੇ ਇਹ ਵੀ ਜ਼ਰੂਰੀ ਹੈ। ਗੁਰੂ ਸਾਹਿਬ ਇਹੀ ਗੱਲ ਆਖਦੇ ਨੇ ਕਿ ਜਿਹੜਾ ਤੂੰ ਕਰਮ ਕਰਦਾ ਨਾ, ਇਸ ਕਰਮ ਦੇ ਨਾਲ ਪਰਮਾਤਮਾ ਦਾ ਨਾਮ ਜੋੜ ਲੈ। ਇਸ ਸ਼ਬਦ ਦਾ ਸਾਰ ਭਾਵ ਅਰਥ ਇਹ ਹੈ ਕਿ ਜਿਹੜਾ ਤੂੰ ਕਰਮ ਕਰ ਰਿਹਾ ਨਾ, ਉਹਦੇ ਨਾਲ ਜਿਹੜਾ ਪਰਮਾਤਮਾ ਦਾ ਨਾਮ ਜੋੜ ਲੈ। ਕਰਮ ਕਰ। ਗੁਰੂ ਨਾਨਕ ਸਾਹਿਬ ਨੇ ਗ੍ਰਸਤੀ ਜੀਵਨ ਬਖਸ਼ਿਸ਼ ਕੀਤਾ, ਇਹਨੂੰ ਉੱਤਮ ਦਰਜਾ ਦਿੱਤਾ। ਕਰਮ ਕਰ, ਪਰ ਉਸ ਕਰਮ ਦੇ ਵਿੱਚ ਸੰਸਾਰੀ ਲਾਲਚ ਨਾ ਹੋਵੇ, ਪਰਮਾਤਮਾ ਦਾ ਨਾਮ ਹੋਵੇ। ਜਦੋਂ ਪਰਮਾਤਮਾ ਦਾ ਨਾਮ ਹੋਵੇਗਾ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਫਿਰ ਉਹ ਆਪ ਮਿਲਾ ਲੈਂਦਾ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਸਾਹਿਬ ਬਖਸ਼ਿਸ਼ ਕਰਨ, ਸਾਨੂੰ ਸਮੱਤ ਬਖਸ਼ਣ। ਆਓ ਅਖੀਰ ਵਿੱਚ ਫਤਿਹ ਬੁਲਾਈਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।